ਸਤਿ ਸ਼੍ਰੀ ਅਕਾਲ ਜੀ, ਮੈਂ ਰਣਬੀਰ ਸਿੰਘ ਰਾਣਾ। ਵੱਡੀ ਖਬਰ ਆ ਰਹੀ ਹੈ ਕਿਸਾਨ ਅੰਦੋਲਨ ਨੂੰ ਲੈ ਕੇ। ਦੱਸ ਦਈਏ ਕਿ ਖੇਤੀ ਕਾਨੂੰਨ ਦੇ ਖਿਲਾਫ ਹੁਣ ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ ਪਹੁੰਚ ਚੁੱਕੀਆਂ ਨੇ। ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ, ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ, ਕਿ ਇਹ ਜਿਹੜੇ ਕਾਨੂੰਨ ਨੇ ਇਹ ਰੱਦ ਕੀਤੇ ਜਾਣ। ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਕਿਉਂਕਿ ਕਾਨੂੰਨੀ ਲੜਾਈ ਲੜਨੀ ਬੇहद ਜ਼ਰੂਰੀ ਹੈ। ਕਿਸੇ ਵੀ ਬਿੱਲ ਦਾ, ਕਿਸੇ ਵੀ ਕਾਨੂੰਨ ਦਾ ਜੇਕਰ ਵਿਰੋਧ ਕਰਨਾ ਹੋਵੇ ਤਾਂ ਸੁਪਰੀਮ ਕੋਰਟ, ਸਰਵ ਉੱਚ ਅਦਾਲਤ ਦੇ ਵਿੱਚ ਜਾਣਾ ਪੈਂਦਾ ਹੈ। ਤੇ ਹੁਣ ਕਿਸਾਨ ਯੂਨੀਅਨਾਂ ਦੇ ਵੱਲੋਂ ਇਹ ਅਪੀਲ ਹੈ ਉਹ ਦਾਇਰ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਘੁੰਮਣ ਬ੍ਰਦਰਜ਼ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਮੇਤ ਕਈ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਨੇ ਤੇ ਪਟੀਸ਼ਨ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀਗੀ ਕਿ ਜਿਹੜੀ ਲੜਾਈ ਹੈ ਉਹ ਇਕੱਲੇ ਸੜਕ ਤੇ ਨਹੀਂ ਲੜੀ ਜਾ ਸਕਦੀ, ਕਾਨੂੰਨ ਤੌਰ ਤੇ ਵੀ ਲੜਾਈ ਲੜਨੀ ਪੈਣੀ ਹੈ। ਸੋ ਅੱਜ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ, ਜਿਸ ਤੋਂ ਬਾਅਦ ਉਸ ਤੇ ਸੁਣਵਾਈ ਹੋਊਗੀ। ਕੀ ਫੈਸਲਾ ਹੋਊਗਾ ਇਹ ਤਾਂ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਹੈ, ਪਰ ਵੱਡੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਖੇਤੀ ਬਿੱਲਾਂ ਨੂੰ ਚੈਲੰਜ ਕੀਤਾ ਗਿਆ ਹੈ। ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਘੁੰਮਣ ਬ੍ਰਦਰਜ਼ ਮੌਜੂਦ ਨੇ ਫੋਨ ਲਾਈਨ ਤੇ। ਘੁੰਮਣ ਸਾਹਿਬ, ਤੁਸੀਂ ਆਉਣੇ ਆ ਰਹੇ ਹੋ ਤੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਕਿਸ ਆਧਾਰ ਤੇ ਕੀਤੀ ਗਈ ਹੈ? ਹਾਂਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਰਣਬੀਰ ਜੀ। ਅਸੀਂ ਅੱਜ ਹੁਣੇ ਘੰਟਾ ਕੁ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਅਸੀਂ ਇੱਕ ਪਟੀਸ਼ਨ, ਜਿਹੜੀ ਰਿਟ ਪਟੀਸ਼ਨ ਦਾਖਲ ਕੀਤੀ ਹੈ ਅੰਡਰ ਆਰਟੀਕਲ 32 ਕਨਸਟੀਟਿਊਸ਼ਨ ਆਫ ਇੰਡੀਆ ਦੇ ਥੱਲੇ ਜੀ। ਇਹਦੇ ਵਿੱਚ ਅਸੀਂ ਰਣਬੀਰ ਜੀ ਤਿੰਨੇ ਆਰਡੀਨੈਂਸਿਸ ਜਿਹੜੇ ਨੇ ਉਹ ਅਸੀਂ ਚੈਲੰਜ ਕਰ ਲਏ ਨੇ ਜੀ। ਠੀਕ ਹੈ, ਉਹਦੇ ਵਿੱਚ ਮੁੱਖ ਜਿਹੜਾ ਅਸੀਂ ਰੀਜ਼ਨ ਦਿੱਤਾ ਉਹ ਇਹ ਦਿੱਤਾ ਹੈ ਕਿ ਇਹ ਆਰਡੀਨੈਂਸਿਸ ਦੀ ਸਟਾਰਟਿੰਗ ਕਿੱਥੋਂ ਹੈ, ਉਹ ਇਹ ਹੈਗੀ ਹੈ ਦੀ ਫਾਰਮਰਸ ਪ੍ਰੋਟੈਕਸ਼ਨ ਇਨਫੋਰਸਮੈਂਟ ਐਕਟ ਜਿਹੜਾ ਬਣਿਆ ਹੈ। ਸੈਕੰਡ ਹੈ ਦੀ ਐਸੈਂਸ਼ੀਅਲ ਕਮੋਡਿਟੀ ਐਕਟ ਵਿਦ ਰਿਗਾਰਡ ਟੂ ਫਾਰਮ। ਵੀ ਹਰ ਐਕਟ ਦਾ ਸ਼ੁਰੂਆਤ ਤਾਂ ਫਾਰਮਰਸ ਤੋਂ ਹੋ ਰਹੀ ਹੈ। ਤੁਸੀਂ ਇਸ ਐਕਟ ਨੂੰ ਘੜਨ ਤੋਂ ਪਹਿਲਾਂ, ਡਰਾਫਟ ਕਰਨ ਤੋਂ ਪਹਿਲਾਂ, ਬਿੱਲ ਬਣਾਉਣ ਤੋਂ ਪਹਿਲਾਂ ਕਿਸੇ ਰਿਪਰੈਜ਼ੈਂਟੇਟਿਵ, ਕਿਸੇ ਕੰਸੀਡਰ ਕੀਤਾ, ਕਿਸੇ ਫਾਰਮਰ ਐਸੋਸੀਏਸ਼ਨ ਨੂੰ, ਕਿਸੇ ਕਿਸਾਨ ਯੂਨੀਅਨ ਨੂੰ, ਕਿਸੇ ਜਥੇਬੰਦੀ ਨੂੰ ਤੁਸੀਂ ਕਾਲ ਕੀਤਾ ਕਿ ਦੱਸੋ ਤੁਸੀਂ? ਨੰਬਰ 1 ਵੱਡਾ ਰੀਜ਼ਨ। ਨੰਬਰ 2, ਅਸੀਂ ਡੈਮੋਕ੍ਰੇਟਿਕ ਲੋਕਤੰਤਰ ਦੇਸ਼ ਹੈ ਸਾਡਾ, ਇੱਥੇ ਅਸੀਂ ਰਹਿ ਰਹੇ ਹਾਂ, ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਚੁਣੀ ਗਈ ਤੇ ਲੋਕਾਂ ਲਈ ਕਾਨੂੰਨ। ਸੋ ਸਾਡਾ ਸਭ ਤੋਂ ਵੱਡਾ ਗੱਲ ਇਹ ਸੀ ਕਿ ਜਿਹੜੀ ਚੀਜ਼ ਦਾ ਕਾਨੂੰਨ ਕਰ ਰਹੇ ਹੋ ਕਿ ਤੁਸੀਂ ਕਿਸੇ ਨੁਮਾਇੰਦੇ ਨੂੰ, ਕਿਸੇ ਪਾਰਟੀ ਨੂੰ, ਕਿਸੇ ਜਥੇਬੰਦੀ ਨੂੰ ਕਾਲ ਨਹੀਂ ਕੀਤਾ। ਨੰਬਰ 1। ਨੰਬਰ 2, ਫਟਾਫਟ ਇੱਕ ਕਾਨੂੰਨ ਬਣਾ ਕੇ 17 ਤਰੀਕ ਨੂੰ ਆਰਡੀਨੈਂਸ ਬਣਾ ਲਈ ਜੀ। ਅਸੀਂ ਆਰਡੀਨੈਂਸ ਬਣਾ ਲਏ 17 ਤਰੀਕ ਨੂੰ। ਜਿਹੜਾ ਇੰਡੀਆ ਦਾ ਆਪਣਾ ਲੋਅਰ ਹਾਊਸ ਹੈ, ਜਿਹਨੂੰ ਅਸੀਂ ਲੋਅਰ ਹਾਊਸ ਬੋਲਦੇ ਹਾਂ ਜੀ, ਲੋਕ ਸਭਾ, ਉੱਥੇ ਇਹਨਾਂ ਨੇ ਫਟਾਫਟ, ਚਲੋ ਮੈਜੋਰਟੀ ਸੀ, ਪਾਸ ਕਰਵਾ ਲਿਆ। ਸਨੱਪ ਕੀਤਾ, ਸਿਰਫ 2-2 ਡੇਢ ਮਿੰਟ ਦਿੱਤਾ, ਸਿਰਫ ਇਹ ਖਾਨਾ ਪੂਰਤੀ ਕੀਤੀ ਹੈ ਵੱਖ-ਵੱਖ ਪਾਰਟੀਆਂ ਵੱਲੋਂ। ਜਿਹੜਾ ਅਪਰ ਹਾਊਸ ਹੈ ਜੀ, ਰਾਜ ਸਭਾ, ਉੱਥੇ ਇਹਨਾਂ ਨੇ ਜਿਹੜੀ ਵੌਇਸ ਵੋਟਿੰਗ ਕਰਵਾ ਲਈ ਹੈ। ਵੌਇਸ ਵੋਟਿੰਗ ਦੇ ਵਿੱਚ ਦੱਸੋ ਤੁਸੀਂ ਮੈਨੂੰ, ਇਹ ਟੋਟਲੀ ਇਲੀਗਲ ਤੇ ਆਰਬਿਟਰੀ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਕਿ ਬਿਲਕੁਲ ਗੈਰ ਕਾਨੂੰਨੀ ਇਹਨਾਂ ਨੇ ਢੰਗ ਤੇ ਅਪਰੋਚ ਅਪਣਾਈ ਹੈ। ਤੇ ਤੀਜੀ ਗੱਲ, 25 ਤਰੀਕ ਨੂੰ ਸਰ ਫਟਾਫਟ ਪ੍ਰੈਜ਼ੀਡੈਂਟ ਸਾਹਿਬ ਨੇ ਸਾਈਨ ਕਰਤੇ ਨੇ, 27 ਤਰੀਕ ਨੂੰ ਇਹਨੇ ਅਫੀਸ਼ੀਅਲ ਗਜ਼ਟ 'ਚ ਵੀ ਕਰ ਦਿੱਤਾ ਹੈ। ਸੋ ਅਸੀਂ ਇਹ ਸਾਰੀਆਂ ਮੰਗਾਂ ਲੈ ਕੇ ਇਸ ਮਾਨਯੋਗ ਸੁਪਰੀਮ ਕੋਰਟ, ਹੁਣ ਸਾਡੇ ਘੁੰਮਣ ਸਾਹਿਬ ਐਕਸੈਪਟ ਹੋ ਗਈ ਹੈ ਜਿਹੜੀ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ? ਬਿਲਕੁਲ ਜੀ, ਬਿਲਕੁਲ। ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਇਸ ਟਾਈਮ ਜੋ ਅਸੀਂ ਕਰਵਾ ਰਹੇ ਹਾਂ, ਕਿਸੇ ਦੇ ਐਫੀਡੇਵਿਟ ਨੇ, ਉਹ ਸਭ ਕੁਝ ਕਰਵਾਉਣ ਜਾ ਰਹੇ ਹਾਂ ਜੀ। ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਅਜਮੇਰ ਸਿੰਘ ਲੱਖੋਵਾਲ, ਜਿਹੜੇ ਤੁਹਾਨੂੰ ਤੁਸੀਂ ਜਾਣਦੇ ਹੋ ਪ੍ਰਧਾਨ ਨੇ ਲੱਖੋਵਾਲ ਯੂਨੀਅਨ ਦੇ, ਹਨਾ, ਤੇ ਉਹ ਨੇ, ਉਹਨਾਂ ਦਾ ਬੇਟਾ ਹਰਿੰਦਰ ਸਿੰਘ ਲੱਖੋਵਾਲ ਜਨਰਲ ਸੈਕਟਰੀ, ਉਹ ਸਾਡੇ ਨਾਲ ਨੇ। ਸਾਰੇ ਹੋਰ ਜਥੇਬੰਦੀਆਂ, ਹਾਂ, ਮੈਂ ਉਹੀ ਪੁੱਛਣਾ ਸੀਗਾ ਕਿ ਸਿਰਫ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੀ ਹੈ ਜਾਂ ਹੋਰ ਜਥੇਬੰਦੀਆਂ ਵੀ ਸ਼ਾਮਲ ਨੇ ਇਸ ਪਟੀਸ਼ਨ ਨੂੰ ਦਾਇਰ ਕਰਨ ਦੇ ਵਿੱਚ? ਹਾਂਜੀ, ਇਸ ਪਟੀਸ਼ਨ ਦੇ ਵਿੱਚ ਜਿਹੜੀ ਸਾਡੇ ਕੋਲ ਅਪਰੋਚ ਕੀਤੀ ਗਈ ਹੈ ਜੀ, ਉਹ ਵੈਸੇ ਤਾਂ ਕਈ ਜਥੇਬੰਦੀਆਂ ਨੇ ਅਪਰੋਚ ਕੀਤੀ ਹੈ, ਬਟ ਜਿਹੜੀ ਪਹਿਲ ਕਦਮੀ ਦਿਖਾਈ ਹੈ ਉਹ ਲੱਖੋਵਾਲਰਾਂ ਨੇ ਦਿਖਾਈ ਹੈ। ਉਹ ਕਹਿੰਦੇ ਕਿ ਤੁਸੀਂ ਦਾਖਲ ਕਰੋ, ਇਹ ਬੜੀ ਲੋੜ ਹੈ। ਐਜੀਟੇਸ਼ਨ ਵੀ ਚੱਲਣਗੇ, ਪ੍ਰੋਟੈਸਟ ਵੀ ਚੱਲਣਗੇ ਸਾਈਡ ਬਾਈ ਸਾਈਡ। ਲੱਗਦਾ ਕਿ ਸਰਵ ਉੱਚ ਅਦਾਲਤ ਤੋਂ ਇਨਸਾਫ ਮਿਲੇਗਾ ਕਿਉਂਕਿ ਸੜਕ ਦੇ ਨਾਲ-ਨਾਲ ਕਾਨੂੰਨਨ ਲੜਾਈ ਵੀ ਲੜਨੀ ਪੈਂਦੀ ਹੈ। ਬਿਲਕੁਲ ਜੀ। ਸਾਨੂੰ ਦੇਖੋ, ਸਾਨੂੰ ਪੂਰਾ ਵਿਸ਼ਵਾਸ ਹੈ। ਔਰ ਅਸੀਂ ਇੱਕ ਚੀਜ਼ ਰਣਬੀਰ ਜੀ ਹੋਰ ਦੱਸ ਦਿੰਦੇ ਹਾਂ, ਆਰਡੀਨੈਂਸਿਸ ਨੂੰ ਅਸੀਂ ਸਰਜਰੀ ਥੱਲੇ ਚੈਲੰਜ ਕੀਤਾ ਹੈ ਵੀ ਇਹਨਾਂ ਨੂੰ ਸੈਟੀਸਫਾਈਡ ਕਰੋ, ਕੈਂਸਲ ਕਰੋ। ਇਹ ਕਿਸਾਨ ਮਾਰੂ ਨੇ, ਇਹ ਬਿਲਕੁਲ ਖਤਮ ਕਰ ਦੇਣਗੇ। ਨੰਬਰ 1। ਨੰਬਰ 2, ਇਹ ਦੇਖੋ ਪਹਿਲੀ ਡੇਟ ਤੇ ਨਹੀਂ ਹੋਣਾ। ਨਾਲ ਹੀ ਅਸੀਂ ਇਹਨਾਂ ਨੂੰ ਮੰਗੀ, ਸੈਕਿੰਡ ਮੰਗ ਇਹ ਮੰਗੀ ਕਿ ਇਹਨਾਂ ਨੂੰ, ਇਹਨਾਂ ਦੀ ਜਿਹੜਾ ਆਪਰੇਸ਼ਨ ਹੈ ਉਹਨਾਂ ਨੂੰ ਸਟੇ ਕਰ ਦੋ ਉਹਨਾਂ ਟਾਈਮ ਤੱਕ, ਜਿੰਨਾ ਟਾਈਮ ਤੱਕ ਅਗਲੀ ਸੁਣਵਾਈ ਹੁੰਦੀ। ਸੋ ਯੂਨੀਅਨ ਆਫ ਇੰਡੀਆ
ਜਿਹੜੀ ਐਗਰੀਕਲਚਰ ਮਿਨਿਸਟਰੀ ਇੰਡੀਆ ਦੀ ਉਹਨਾਂ ਨੂੰ ਅਸੀਂ ਉਹਦੇ ਵਿੱਚ ਪਾਰਟੀ ਬਣਾਇਆ ਯੂਨੀਅਨ ਆਫ ਇੰਡੀਆ ਨੇ। ਸੋ ਸਾਡੀਆਂ ਇਹ ਮੁੱਖ ਮੰਗਾਂ ਨੇ ਜੀ। ਤੇ ਬਾਕੀ ਜਿਹੜਾ ਮੇਨ ਇਸ਼ੂ ਸੀ ਸਾਡਾ ਉਹ ਇਹ ਸੀ ਕਿ ਜਿਹੜੇ ਅਲਟੀਮੇਟਲੀ ਸਫਰਰ ਨੇ ਜਾਂ ਜਿਹੜੇ ਤੁਸੀਂ ਜਿਨ੍ਹਾਂ ਨੂੰ ਨੁਕਸਾਨ ਹੋਣਾ ਫਾਰਮਰਸ, ਉਹ ਯਾਰ ਤੁਸੀਂ ਉਹਨਾਂ ਨੂੰ ਇੱਕ ਵਾਰੀ ਕਮ ਸੇ ਕਮ ਉਹ ਬਿੱਲ ਪਾਸ ਕਰਨ ਤੋਂ ਪਹਿਲਾਂ ਉਹਨਾਂ ਦਾ ਉਹਨਾਂ ਦੀ opinion ਬਿਲਕੁਲ ਉਹਨਾਂ ਨੂੰ ਸੈਟੀਸਫਾਈ ਕਰਨਾ ਜ਼ਰੂਰੀ ਸੀਗਾ। ਕਿਸੇ ਵੀ ਹੱਦ ਤੱਕ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ। ਬਹੁਤ ਧੰਨਵਾਦ ਘੁੰਮਣ ਬ੍ਰਦਰ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਖੇਤੀ ਕਾਨੂੰਨ ਦੇ ਖਿਲਾਫ, ਖੇਤੀ ਬਿੱਲਾਂ ਦੇ ਖਿਲਾਫ, ਕਿ ਜਿਹੜੇ ਇਹ ਕਾਨੂੰਨ ਨੇ ਇਹ ਕਿਸਾਨ ਵਿਰੋਧੀ ਨੇ ਤੇ ਕਿਸੇ ਨੂੰ ਵੀ ਸੈਟੀਸਫਾਈ ਨਹੀਂ ਕੀਤਾ ਗਿਆ। ਲੋਕ ਸਭਾ ਦੇ ਵਿੱਚ ਅਤੇ ਰਾਜ ਸਭਾ ਦੇ ਵਿੱਚ ਵੀ ਸਮਾਂ ਬਹੁਤ ਘੱਟ ਮਿਲਿਆ ਤੇ ਇਹਨਾਂ ਤੇ ਰੋਕ ਲਾਈ ਜਾਵੇ। ਜਦੋਂ ਤੱਕ ਸੈਟੀਸਫਾਈ ਨਹੀਂ ਕਰਵਾ ਦਿੱਤਾ ਜਾਂਦਾ ਹੈਗਾ ਉਦੋਂ ਤੱਕ ਰੋਕ ਜਿਹੜੀ ਹੈ ਉਹ ਲਾਈ ਜਾਣੀ ਚਾਹੀਦੀ ਹੈ। ਸੋ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ ਹੁਣ ਜਥੇਬੰਦੀਆਂ ਨੇ ਤੇ ਲੜਾਈ ਜਿਹੜੀ ਹੈ ਉਹ ਸੜਕ ਦੇ ਨਾਲ ਕਾਨੂੰਨਨ ਤੌਰ ਤੇ ਵੀ ਲੜੀ ਜਾਊਗੀ। ਸੋ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜਿਹੜੇ ਇਹ ਖੇਤੀ ਕਾਨੂੰਨ ਨੇ ਇਹਨਾਂ ਨੂੰ ਸਟੇ ਕੀਤਾ ਜਾਵੇ, ਇਹ ਆਪਰੇਸ਼ਨ ਜਿਹੜਾ ਇਹਦਾ ਸਟੇ ਕੀਤਾ ਜਾਵੇ, ਕਿਉਂਕਿ ਜਿਸ ਢੰਗ ਨਾਲ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ, ਰਾਜ ਸਭਾ ਦੇ ਵਿੱਚ ਪਾਸ ਕੀਤਾ ਗਿਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਵੱਲੋਂ ਮੋਹਰ ਲਾਈ ਗਈ, ਉਸ ਤੋਂ ਬਾਅਦ ਗਜਟ ਦੇ ਵਿੱਚ ਜਿਹੜਾ ਇਹ ਕਾਨੂੰਨ ਹੈ ਇਹਨੂੰ ਆ ਗਿਆ ਇਹ 27 ਸਤੰਬਰ ਨੂੰ। ਪਰ ਉਸ ਦੇ ਬਾਵਜੂਦ ਵਿਰੋਧ ਜਿਹੜਾ ਉਸਦਾ ਲਗਾਤਾਰ ਹੋ ਰਿਹਾ। ਪਰ ਹੁਣ ਕਾਨੂੰਨੀ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀਗੀ ਕਿ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇ, ਸਰਵਉੱਚ ਅਦਾਲਤ ਦਾ ਰੁਖ ਕੀਤਾ ਜਾਵੇ। ਸੋ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਦਾਇਰ ਕੀਤੀ ਗਈ ਹੈ। ਹੋਰ ਕੀ ਕੁਝ ਕਹਿ ਰਹੇ ਨੇ ਹਰਿੰਦਰ ਸਿੰਘ ਲੱਖੋਵਾਲ ਤੇ ਜਿਹੜੇ ਵਕੀਲ ਨੇ ਘੁੰਮਣ ਬ੍ਰਦਰਜ਼, ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਸਿੰਘ ਲੱਖੋਵਾਲ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅਸੀਂ ਸਰਕਾਰਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ 2 ਮਹੀਨੇ ਤੇ ਜਦ ਦੇ ਆਰਡੀਨੈਂਸ ਇਹਨਾਂ ਨੇ ਜਾਰੀ ਕੀਤੇ ਨੇ। ਅਸੀਂ ਥਾਂ ਰੋਸ ਪ੍ਰਦਰਸ਼ਨ ਕੀਤੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ, ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ, ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ, ਸਰਕਾਰ ਨੂੰ ਮੰਗ ਪੱਤਰ ਭੇਜੇ ਗਏ, ਪਰ ਕੋਈ ਅਸਰ ਨਹੀਂ ਹੋਇਆ। ਕੋਈ ਸਾਡੀ ਗੱਲ ਸੁਣੀ ਨਹੀਂ ਗਈ। ਜਿਨ੍ਹਾਂ ਦੇ ਲਈ ਬਿੱਲ ਬਣਾਉਣ ਜਾਣੇ ਆ ਉਹਨਾਂ ਨੂੰ ਸੁਣਨਾ ਚਾਹੀਦਾ ਸੀ, ਇਹਨਾਂ ਨੂੰ ਸਾਨੂੰ ਬੁਲਾ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਅਸੀਂ ਸੜਕਾਂ ਤੇ ਆਏ ਆ, ਸੜਕਾਂ ਟ੍ਰੈਫਿਕ ਜਾਮ ਕੀਤੀ ਆ, ਟਰੈਕਟਰ ਖੜੇ ਕੀਤੇ ਨੇ। ਅੱਜ ਰੇਲਵੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਾਮ ਆ। ਸਾਰੇ ਕਿਸਾਨ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ, ਬੀਬੀਆਂ ਤੋਂ ਲੈ ਕੇ ਮਾਈਆਂ ਤੱਕ ਅੱਜ ਅਸੀਂ ਸੜਕਾਂ ਤੇ ਬੈਠੇ ਆ। ਫਿਰ ਅਸੀਂ ਕਾਨੂੰਨੀ ਪ੍ਰਕਿਰਿਆ ਲਈ ਘੁੰਮਣ ਬ੍ਰਦਰਜ਼ ਨੂੰ ਬੇਨਤੀ ਕੀਤੀ, ਇਹਨਾਂ ਨੇ ਸਾਡੀ ਬਾਹ ਫੜੀ ਤੇ ਇਹ ਸਾਡੇ ਨਾਲ ਅੱਜ ਦਿੱਲੀ ਆਏ ਨੇ। ਰਿਟ ਪਟੀਸ਼ਨ ਤਿਆਰ ਕੀਤੀ ਗਈ ਆ ਕਿਉਂਕਿ ਸਾਨੂੰ ਭਰੋਸਾ ਕਾਨੂੰਨ ਦੇ ਉੱਪਰ ਵੀ, ਤੇ ਉਹਦੇ ਲਈ ਅਸੀਂ ਅੱਜ ਰਿਟ ਪਟੀਸ਼ਨ ਦਾਖਲ ਕਰਨ ਜਾਏ ਆ ਵੀ ਇਹਨੂੰ ਰੱਦ ਕੀਤਾ ਜਾਵੇ ਤੇ ਅੱਗੇ ਤੋਂ ਜਿਹੜੇ ਆ ਸਾਡੀ ਇਹ ਤੇ ਸਟੇ ਲਾਈ ਜਾਵੇ। ਉਹਦੇ ਲਈ ਅਸੀਂ ਕਹਿਣੀ ਚਾਹੁੰਦਾ ਕਿ ਸਾਡੀ ਜਿਹੜੀ ਸਟੇਟ ਉਹ ਪੰਜਾਬ ਹੈ। ਪਹਿਲਾਂ ਤਾਂ ਮੈਂ ਕਹਿਣੀ ਚਾਹੁੰਦਾ ਕਿ ਵੀ ਇਹ ਐਗਰੀਕਲਚਰ ਬੇਸਡ ਸਟੇਟ ਹੈ। ਲੱਖੋਵਾਲ ਸਾਹਿਬ ਖੜੇ ਨੇ, ਇੱਥੇ ਫਾਰਮਰ ਐਸੋਸੀਏਸ਼ਨਸ ਖੜੀਆਂ ਨੇ। ਹੁਣੀ ਲੇਟੈਸਟ ਈਅਰਸ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਫਾਰਮਰਸ ਨੇ ਇੱਥੇ ਸੁਸਾਈਡ ਕਮਿਟ ਕੀਤਾ ਹੈ। ਇੱਕ ਬੜਾ ਸਰਪ੍ਰਾਈਜ਼ਿੰਗ ਫੈਕਟ ਜਿਹੜਾ ਨਿਕਲ ਕੇ ਸਾਹਮਣੇ ਆਇਆ ਵੀ ਤਿੰਨੇ ਜਿਹੜੇ ਬਿੱਲ ਪਾਸ ਕੀਤੇ ਗਏ ਨੇ, ਤਿੰਨੇ ਬਿੱਲ ਜਿਹੜੇ ਇਨੀਸ਼ੀਅਲ ਸਟਾਰਟ ਹੁੰਦੇ ਨੇ ਉਹ ਐਡਰੈਸ ਕੀਤੇ ਜਾ ਰਹੇ ਨੇ। ਜਿਵੇਂ ਫੋਰ ਐਗਜ਼ਾਮਪਲ ਦੀ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਬਿੱਲ, ਸੈਕੰਡ ਹੈਗਾ ਜਿਹੜਾ ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਕਟ, ਥਰਡ ਜਿਹੜਾ ਹੈਗਾ ਜਿਹਦੀ ਫਾਰਮਰਸ ਐਸੈਂਸ਼ੀਅਲ ਕਮੋਡਿਟੀ। ਸੋ ਇੱਥੇ ਇਹ ਬੜਾ ਇੱਕ ਵੱਡਾ ਸਵਾਲ ਹੈ ਵੀ ਜੇਕਰ ਤੁਸੀਂ ਇਹ 3 ਆਰਡੀਨੈਂਸ ਬਾਈ ਵੇ ਆਫ ਹੁਣ ਬਿੱਲ ਅਪਰੂਵ ਕਰਤੇ ਨੇ, ਉਹ ਮਾਨਯੋਗ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਰਤਾ ਹੈ ਕਿ ਇਹਦੇ ਵਿੱਚ ਜਿਹੜੇ ਫਾਰਮਰਸ ਨੇ, ਜਿਹੜੇ ਅਲਟੀਮੇਟ ਸਫਰਰ ਕਿੰਨੇ ਹੋਣਾ, ਜੋ ਫਾਰਮਰਸ ਨੇ ਹੋਣਾ ਹੈ, ਐਟਲੀਸਟ ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਸੀ, ਉਹਨਾਂ ਦੀ ਓਪੀਨੀਅਨ ਲੈਣੀ। ਇੱਥੇ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਹੁਣ ਸਾਡੇ ਸਟੇਟ ਆਫ ਪੰਜਾਬ ਦੇ ਵਿੱਚ ਇਹਨਾਂ ਨੇ ਨੰਬਰ ਆਫ ਰਿਪਰੈਜ਼ੈਂਟੇਸ਼ਨਸ ਜਿਹੜੀਆਂ ਨੇ ਉਹ ਮਾਨਯੋਗ ਸੀਐਮ ਸਾਹਿਬ ਨੂੰ ਵੀ ਦਿੱਤੀਆਂ ਨੇ, ਇੱਥੇ ਪ੍ਰਾਈਮ ਮਿਨਿਸਟਰ ਨੂੰ ਵੀ ਦਿੱਤੀਆਂ ਨੇ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਐਗਰੀਕਲਚਰ ਜਿਹੜਾ ਮਸਲਾ ਹੈ, ਐਗਰੀਕਲਚਰ ਇੱਕ ਸਟੇਟ ਜਿਹੜਾ ਇਹ ਮੈਟਰ ਹੈ, ਸਟੇਟ ਸਬਜੈਕਟ ਮੈਂ ਇਹਨੂੰ ਕਹਾਂਗਾ। ਤੇ ਸਾਡੇ ਸ਼ਡਿਊਲ 7ਵਾਂ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਉਹਦੇ ਵਿੱਚ ਮੈਂ ਅਪੀਲ ਕਰਾਂਗਾ, ਜਾਂ ਮੈਂ ਤੁਸੀਂ ਕਹੋ ਵੀ ਆਪਣੇ ਵੱਲੋਂ ਮੈਂ ਰਿਕੁਐਸਟ ਕਰ ਸਕਦਾ ਮਾਨਯੋਗ ਸੀਐਮ ਸਾਹਿਬ ਨੂੰ ਜਾਂ ਸਟੇਟ ਨੂੰ ਕਿ ਉਹ ਵੀ ਇੱਥੇ ਪੈਰਲਲ ਲਿਆ ਕੇ ਆਪਣੇ ਵੱਲੋਂ ਇੱਕ ਉਹ ਵੀ ਐਸਐਲਪੀ ਇੱਥੇ ਦਾਇਰ ਕਰਨ। ਤੇ ਸਾਰੀਆਂ ਐਸੋਸੀਏਸ਼ਨਸ ਲੱਖੋਵਾਲ ਸਾਹਿਬ ਜਿਹੜੇ ਹੁਣ ਇਹਨਾਂ ਨੇ, ਮੈਂ ਸਮਝਦਾ ਇੱਕ ਬੜੀ ਵੱਡੀ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ। ਸੋ ਅਸੀਂ ਇਹ ਰਿਸਪੌਂਸਿਬਿਲਟੀ ਨੂੰ ਆਪਣੇ ਵੱਲੋਂ ਪੂਰੀਆਂ ਅਸੀਂ ਐਫਰਟਸ ਲਾਵਾਂਗੇ ਤੇ ਇਹਨੂੰ ਅਸੀਂ ਨਿਭਾਉਣ ਦੀ ਚੰਗੇ ਤਰੀਕੇ ਨਾਲ। ਸੁਪਰੀਮ ਕੋਰਟ ਦਾ ਰੁਖ ਕੀਤਾ, ਕੀ ਮੰਗ ਲੈ ਕੇ ਆਏ ਹੋ? ਦੇਖੋ, ਮੈਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਸਾਨੂੰ ਭਾਰਤੀ ਕਿਸਾਨ ਯੂਨੀਅਨ ਜਿਹੜੀ ਲੱਖੋਵਾਲ ਹੈਗੀ, ਉਹਨਾਂ ਦੇ ਜਨਰਲ ਸਕੱਤਰ ਨੇ ਸ਼੍ਰੀ ਹਰਿੰਦਰ ਸਿੰਘ ਲੱਖੋਵਾਲ ਸਾਹਿਬ ਜੀ, ਇਹਨਾਂ ਨੇ ਸਾਨੂੰ 2-4 ਦਿਨ ਪਹਿਲਾਂ ਸਾਨੂੰ ਅਪਰੋਚ ਕੀਤਾ ਸੀ ਕਿ ਆਹ ਆਰਡੀਨੈਂਸਿਸ ਆ ਚੁੱਕੇ ਨੇ ਜੀ, ਹੁਣ ਤੁਸੀਂ ਲੀਗਲ ਐਂਗਲ ਤੇ ਦੇਖੋ ਵੀ ਆਪਾਂ ਕੀ ਕਰਨਾ ਹੈ। ਸੋ ਅੱਜ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆਰਟੀਕਲ ਜਿਹੜਾ 32 ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹਦੇ ਥੱਲੇ ਤਿੰਨੇ ਆਰਡੀਨੈਂਸਿਸ ਨੇ ਜਿਹੜੇ ਦੀ ਫਾਰਮਰਸ ਟ੍ਰੇਡ ਐਂਡ ਕਮਰਸ, ਦੀ ਐਸੈਂਸ਼ੀਅਲ ਕਮੋਡਿਟੀ ਐਂਡ ਦੀ ਫਾਰਮਰਸ
ਜਿਹੜਾ ਉਹ ਹੈਗਾ ਪ੍ਰੋਟੈਕਸ਼ਨ ਵਾਲਾ ਜਿਹੜਾ ਐਕਟ ਹੈਗਾ ਜੀ ਫਸਟ ਵਾਲਾ। ਤਿੰਨਾਂ ਆਰਡੀਨੈਂਸਿਸ ਨੂੰ ਅੱਜ ਅਸੀਂ ਚੈਲੰਜ ਕੀਤਾ ਹੈ ਥਰੂ ਫਾਈਲਿੰਗ ਦੀ ਰਿਟ ਪਟੀਸ਼ਨ ਤੇ ਅੰਡਰ ਆਰਟੀਕਲ 32 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਇਸ ਸੁਪਰੀਮ ਕੋਰਟ ਦੇ ਵਿੱਚ ਅਸੀਂ ਮੰਗ ਕੀਤੀ ਕਿ ਰੱਦ ਕੀਤੇ ਜਾਣ ਤੇ ਪਲੱਸ ਇਹ ਕਿਉਂਕਿ ਆਰਬਿਟਰੇਰੀ ਨੇ, ਇਲੀਗਲ ਨੇ ਤੇ ਤੁਸੀਂ ਇਹ ਕਹਿ ਲਓ ਕਿ ਇੱਕ ਪਾਸੜ ਨੇ। ਤੇ ਦੂਜਾ ਅਸੀਂ ਕਿਹਾ ਕਿ ਜਿੰਨਾ ਟਾਈਮ ਤੱਕ ਸਾਡੀ ਇੱਥੇ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਚੱਲਦੀ ਹੈ ਇਹਨਾਂ ਤਿੰਨੇ ਆਰਡੀਨੈਂਸਿਸ ਨੂੰ ਸਟੇ ਕੀਤਾ ਜਾਵੇ। ਸੋ ਸਾਡੀ ਮੁੱਖ ਮੰਗ ਇਹ ਸੀ। ਨੰਬਰ 2, ਇਹ ਜਿਹੜੇ ਐਕਟ ਜਿਹੜੇ ਬਣਾ ਦਿੱਤੇ, ਕਾਨੂੰਨ ਬਣਾ ਦਿੱਤੇ ਗਏ ਨੇ, ਜਿਹੜੇ ਆਰਡੀਨੈਂਸ ਬਿੱਲ ਬਣਾ ਦਿੱਤੇ ਗਏ ਨੇ, ਇਹਦੇ 'ਚ ਅਸੀਂ ਮੁੱਖ ਚੀਜ਼ ਇਹ ਰੱਖੀਏ, ਗਰਾਊਂਡਸ ਆਫ ਸਾਡੀ ਰਿਟ ਇਹ ਹੈ ਕਿ ਇਹਦੇ ਵਿੱਚ ਕਿਸੇ ਕਿਸਾਨ ਜਥੇਬੰਦੀ ਨੂੰ ਜਾਂ ਕਿਸੇ ਫਾਰਮਰਸ ਐਸੋਸੀਏਸ਼ਨ ਨੂੰ, ਜਨਰਲ ਪਬਲਿਕ ਨੂੰ ਪਾਰਟਿਸਿਪੇਟ ਨਹੀਂ ਕਰਾਇਆ, ਕਿਸੇ ਦੀ ਓਪੀਨੀਅਨ ਨਹੀਂ ਲਈ, ਕਿਸੇ ਦੀ ਕੋਈ ਰਿਪਰੈਜ਼ੈਂਟੇਸ਼ਨ ਇਹਨਾਂ ਨੇ ਪ੍ਰੋਪਰਲੀ ਕੰਸੀਡਰ ਨਹੀਂ ਕੀਤੀ। ਸੋ ਦਫ਼ਤਰਾਂ ਦੇ ਵਿੱਚ ਬੈਠ ਕੇ ਬਿੱਲ ਜਿਹੜੇ ਨੇ ਉਹ ਡਰਾਫਟ ਕਰ ਦਿੱਤੇ ਗਏ ਨੇ। ਨੰਬਰ 1। ਨੰਬਰ 2, ਜਿਹੜਾ ਇਹਨਾਂ ਦਾ ਫਿਰ ਮੈਨਰ ਸੀ ਉਹ ਕੀ ਸੀ ਕਿ ਪਹਿਲਾਂ 17 ਤਰੀਕ ਨੂੰ ਲੋਕ ਸਭਾ। ਹਰਿੰਦਰ ਸਿੰਘ ਲੱਖੋਵਾਲ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅਸੀਂ ਸਰਕਾਰਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ 2 ਮਹੀਨੇ ਤੇ ਜਦ ਦੇ ਆਰਡੀਨੈਂਸ ਇਹਨਾਂ ਨੇ ਜਾਰੀ ਕੀਤੇ ਨੇ ਅਸੀਂ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ, ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ, ਰਾਜਪਾਲ। ਸੋ ਕਿਸਾਨ ਜਥੇਬੰਦੀਆਂ ਹੁਣ ਸੁਪਰੀਮ ਕੋਰਟ ਪਹੁੰਚ ਚੁੱਕੀਆਂ ਨੇ ਖੇਤੀ ਕਾਨੂੰਨ ਦੇ ਖਿਲਾਫ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਸੈਟੀਸਫਾਈ ਨਹੀਂ ਕੀਤਾ ਗਿਆ, ਬਹੁਤ ਜਲਦਬਾਜ਼ੀ ਕੀਤੀ ਗਈ ਹੈ ਅਤੇ ਜਿਹੜੀ ਧਿਰ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਹੋ ਰਿਹਾ ਹੈ। ਸੋ ਸੁਪਰੀਮ ਕੋਰਟ ਦਾ ਰੁਖ ਹੈ ਜਿਹੜਾ ਉਹ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਲੋਂ ਅਤੇ ਜਿਹੜੇ ਵਕੀਲ ਨੇ ਘੁੰਮਣ ਬ੍ਰਦਰਜ਼ ਉਹ ਸੁਪਰੀਮ ਕੋਰਟ ਪਹੁੰਚੇ ਨੇ। ਰਿਟ ਪਟੀਸ਼ਨ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਉਹ ਦਾਇਰ ਕੀਤੀ ਗਈ ਹੈ। ਹਾਲਾਂਕਿ ਜਦੋਂ ਸੁਣਵਾਈ ਹੋਊਗੀ ਕੀ ਕੁਝ ਅੱਗੇ ਹੁੰਦਾ ਹੈ, ਕੀ ਰੋਕ ਲੱਗਦੀ ਹੈ, ਕੀ ਕੁਝ ਭਵਿੱਖ ਦੇ ਵਿੱਚ ਹੋਵੇਗਾ ਇਹ ਦੇਖਣਾ ਹੋਏਗਾ। ਪਰ ਵੱਡੀ ਗੱਲ ਹੈ ਕਿ ਕਾਨੂੰਨੀ ਲੜਾਈ ਲੜਨੀ ਬੇहद ਜ਼ਰੂਰੀ ਹੈ। ਸਿਰਫ ਸੜਕ ਤੇ ਪ੍ਰਦਰਸ਼ਨ ਕਰਕੇ ਸਰਕਾਰਾਂ ਤੇ ਜਾਂ ਖੇਤੀ ਕਾਨੂੰਨ ਖਿਲਾਫ ਨਹੀਂ ਸਰਨਾ ਹੈਗਾ। ਪਹਿਲੇ ਤੋਂ ਹੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜਿਹੜੀ ਲੜਾਈ ਹੈ ਉਹ ਕਾਨੂੰਨੀ ਢੰਗ ਨਾਲ ਵੀ ਲੜੀ ਜਾਵੇ ਅਤੇ ਹੁਣ ਲੜਾਈ ਜਿਹੜੀ ਹੈ ਉਹ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੀ ਹੈ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਸੁਪਰੀਮ ਕੋਰਟ ਦੇ ਵਕੀਲ ਪਹੁੰਚੇ ਨੇ, ਹਰਿੰਦਰ ਸਿੰਘ ਲੱਖੋਵਾਲ ਪਹੁੰਚੇ ਨੇ, ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣਾਇਆ ਹੈ। ਪਰ ਵੱਡੀ ਗੱਲ ਤੁਹਾਨੂੰ ਦੱਸ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀਗੀ। 500 ਪੇਜਾਂ ਦੀ ਇਹ ਜਿਹੜੀ ਪਟੀਸ਼ਨ ਹੈ ਇਹ ਤਿਆਰ ਕਰਕੇ ਪਾਈ ਗਈ ਹੈ। ਇਸ ਦੇ ਵਿੱਚ ਵੱਖ-ਵੱਖ ਆਧਾਰ ਜਿਹੜੇ ਨੇ ਉਹ ਬਣਾਏ ਗਏ ਨੇ ਕਿ ਕਿਸ ਢੰਗ ਦੇ ਨਾਲ ਜਿਹੜਾ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਉਲਟ ਨੇ। ਹਰਿੰਦਰ ਸਿੰਘ ਲੱਖੋਵਾਲ, ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹਨਾਂ ਦੀ ਜਥੇਬੰਦੀ ਦੇ ਵੱਲੋਂ ਮਿਲ ਕੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਲੱਖੋਵਾਲ ਸਾਹਿਬ ਓਨੇਅਰੋਂ ਤੁਸੀਂ ਸਵਾਗਤ ਹੈ ਤੁਹਾਡਾ। ਤੇ ਅੱਜ ਜਿਹੜੀ ਪਟੀਸ਼ਨ ਹੈ ਕਿਸ ਆਧਾਰ ਤੇ ਪਾਈ ਗਈ ਹੈ, ਕੀ ਕੁਝ ਕਿਹਾ ਗਿਆ ਸੁਪਰੀਮ ਕੋਰਟ ਦੇ ਵਿੱਚ ਜਾ ਕੇ? ਰਾਣਾ ਜੀ, ਅਸੀਂ ਜਦ ਦੀ ਇਹ ਆਰਡੀਨੈਂਸ ਬਣੇ ਆ ਉਦੋਂ ਤੋਂ ਹੀ ਅਸੀਂ ਇਹਦੀ ਮੁਖਾਲਫਤ ਕਰ ਰਹੇ ਹਾਂ ਕਿਉਂਕਿ ਕਿਸਾਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਨਾ ਕਿਸਾਨ ਕਿਸੇ ਜਥੇਬੰਦੀ ਨੂੰ, ਨਾ ਕਿਸੇ ਕਿਸਾਨ ਨੂੰ ਸੱਦਿਆ ਗਿਆ ਜਾਂ ਸਾਨੂੰ ਕੋਈ ਦੀ ਗਈ ਆ ਜੀ। ਜਦ ਇਹ ਹੋਇਆ ਮੰਗ ਪੱਤਰ ਡੀਸੀਆਂ ਨੂੰ ਦਿੱਤੇ, ਫਿਰ ਅਸੀਂ ਗਵਰਨਰ ਸਾਹਿਬ, ਕੈਪਟਨ ਸਾਹਿਬ ਨੂੰ, ਸੈਂਟਰ ਨੂੰ, ਫਿਰ ਅਸੀਂ ਟਰੈਕਟਰ ਖੜੇ ਕੀਤੇ ਸੜਕਾਂ ਤੇ, ਰੋਸ ਮੁਜ਼ਾਹਰੇ ਕੀਤੇ, ਸੜਕਾਂ ਜਾਮ ਕੀਤੀਆਂ। ਅੱਜ ਅਸੀਂ ਟ੍ਰੇਨਾਂ ਦੇ ਬੈਠੇ ਆ ਜੀ। ਇੱਧਰ ਲਗਾਤਾਰ ਸੜਕਾਂ ਤੇ ਉਤਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਪਰ ਸਾਡੀ ਕੋਈ ਗੱਲ ਸੁਣੀ ਨਹੀਂ ਸੀ ਜਾ ਰਹੀ। ਉਹਦੇ ਲਈ ਅਸੀਂ ਫਿਰ ਕਾਨੂੰਨ ਦੀ ਬਾਂਹ ਵੀ ਫੜੀ ਗਈ ਜੀ ਤੇ ਘੁੰਮਣ ਬ੍ਰਦਰਜ਼ ਨਾਲ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਨਾਲ ਗੱਲ ਹੋਈ ਸਾਡੀ ਤੇ ਉਸ ਪਟੀਸ਼ਨ ਰਿਟ ਪਟੀਸ਼ਨ ਤਿਆਰ ਕਰਨ ਲਈ ਉਹ ਅਸੀਂ ਤਿਆਰ ਕਰਕੇ ਅੱਜ ਦਿੱਲੀ ਦੇ ਵਿੱਚ ਫਾਈਲ ਕਰਤੀ ਆ ਵੀ ਜਿਹੜੇ ਇਹ ਤਿੰਨੇ ਹੀ ਆਰਡੀਨੈਂਸ ਨੇ ਇਹ ਕਿਸਾਨ ਵਿਰੋਧੀ ਆ, ਇਹਨਾਂ ਨੂੰ ਵਾਪਸ ਲਿਆ ਜਾਵੇ, ਰੱਦ ਕੀਤਾ ਜਾਵੇ ਤੇ ਉਹਨਾਂ ਚਿਰ ਜਿੰਨਾ ਚਿਰ ਕੇਸ ਸਾਡਾ ਚੱਲਦਾ ਉਹਨਾਂ ਚਿਰ ਇਹਦੇ ਸਟੇ ਲਾਇਆ ਜਾਵੇ। ਇਹ ਅਸੀਂ ਅੱਜ ਕਹਿ ਕੇ ਲੱਖੋਵਾਲ ਸਾਹਿਬ ਹੋਰ ਜਥੇਬੰਦੀਆਂ ਸ਼ਾਮਲ ਨੇ ਜਾਂ ਇਕੱਲੀ ਤੁਹਾਡੀ ਜਥੇਬੰਦੀ ਦੇ ਵੱਲੋਂ ਕਾਨੂੰਨੀ ਲੜਾਈ ਲੜੀ ਜਾਊਗੀ? ਕੋਈ ਬੰਦੇ ਜੀ ਕੋਈ ਵੀ ਲੜ ਸਕਦਾ ਹੈ ਤਾਂ ਕਾਨੂੰਨੀ ਲੜਾਈ ਜੀ ਤੇ ਅਸੀਂ ਆਪਦੇ ਵੱਲੋਂ ਲੜੀ ਆ। ਸਾਡੇ ਨਾਲ ਵਕੀਲ ਅਸੀਂ ਕੀਤੇ ਨੇ ਵਕੀਲਾਂ ਨਾਲ ਤੇ ਅਸੀਂ ਲੜ ਰਹੇ ਹਾਂ। ਕੋਈ ਹੋਰ ਜਥੇਬੰਦੀ ਵੀ ਲਾ ਸਕਦੇ, ਇਹਦੇ ਤਾਂ ਕਿਸੇ ਨੂੰ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ ਜਾਂ ਠੀਕ ਹੈ। ਤੇ ਲੜਾਈ ਜਿਹੜੀ ਆ ਹੁਣ ਕਾਨੂੰਨੀ ਲੜੀ ਜਾਊਗੀ, ਇਨਸਾਫ ਦੀ ਉਡੀਕ ਰਹੂਗੀ, ਇਨਸਾਫ ਮਿਲੂਗਾ ਸਰਵਉੱਚ ਅਦਾਲਤ ਦੇ ਵਿੱਚੋਂ? ਉਮੀਦ ਤਾਂ ਆਪਾਂ ਨੂੰ ਅਦਾਲਤਾਂ ਦੇ ਹੁੰਦੀ ਜੀ ਕਿਉਂਕਿ ਕਿਸਾਨਾਂ ਦਾ ਵੱਡਾ ਮਸਲਾ ਕੋਈ ਇੱਕ ਬੰਦੇ ਦਾ ਮਸਲਾ ਨਹੀਂ ਹੈਗਾ। ਇਹ 50-60% ਕਿਸਾਨ ਨੇ ਇੰਡੀਆ ਦੇ ਵਿੱਚ, 60-70% ਜੀ। ਕਿਉਂਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬੇਨਤੀ ਇਹੀ ਕਰਾਂਗੇ
ਸਾਡਾ ਰੱਖਿਆ ਜਾਵੇ, ਕਿਸਾਨਾਂ ਨੂੰ ਮਰਨ ਤੋਂ ਬਚਾਇਆ ਜਾਵੇ। ਸਾਡੀ ਮੌਤ ਦੇ ਵਾਰੰਟਾਂ ਦੇ ਸਾਈਨ ਹੋਏ ਨੇ ਜਿਹੜੇ ਰਾਸ਼ਟਰਪਤੀ ਨੇ ਜਾਂ ਕਾਨੂੰਨ ਬਣੇ ਨੇ, ਠੀਕ ਹੈ, ਤੇ ਕੋਰਟ ਨੂੰ ਕਹਾਂਗੇ ਵੀ ਸਾਡਾ ਖਿਆਲ ਰੱਖਿਆ ਜਾਵੇ, ਮਰਨ ਤੋਂ ਸਾਨੂੰ ਬਚਾਇਆ ਜਾਵੇ। ਹੋਰ ਨਾ ਹੋਵੇ ਕਿ ਸਾਡਾ ਕਿਤੇ ਵਿਸ਼ਵਾਸ ਨਾ ਉੱਠ ਜਵੇ ਇੰਨੇ % ਲੋਕਾਂ ਦਾ। ਇੱਕ ਲਾਸਟ ਟਿੱਪਣੀ ਕਿ ਰਾਹੁਲ ਗਾਂਧੀ ਪੰਜਾਬ ਆਏ ਹੋਏ ਨੇ, ਟਰੈਕਟਰ ਰੈਲੀ ਕਰ ਰਹੇ ਨੇ, ਟਰੈਕਟਰ ਸੋਫੇ ਵਾਲਾ ਉਹਨਾਂ ਕੋਲੇ, ਵੈਸੇ ਤਾਂ ਆਮ ਟਰੈਕਟਰ ਨਹੀਂ ਹੈਗਾ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਪਦੇ ਲੈਵਲ ਤੇ ਲੱਗੇ ਹੋਏ ਆ ਜੀ, ਅਸੀਂ ਕਹਿੰਦੇ ਲੱਗੇ ਰਹਿਣ, ਕੋਈ ਗੱਲ ਨਹੀਂ ਜੀ। ਤੇ ਉਹ ਲੱਗੇ ਰਹਿਣ, ਉਹਨਾਂ ਨੇ ਆਪਦੀ ਰਾਜਨੀਤੀ ਕਰਨੀ ਹੈ, ਕਰੀ ਜਾਣ, ਉਹਨਾਂ ਨੇ ਤਾਂ ਵੋਟਾਂ ਤੱਕ ਇਹਨਾਂ ਨੂੰ ਚੱਕਰ ਹੈ। ਤੇ ਅਸੀਂ ਨਰੂਲ ਕਿਸਾਨੀ ਲੜਾਈ ਲੜ ਰਹੇ ਹਾਂ, ਗਰਾਊਂਡ ਲੈਵਲ ਤੋਂ ਲੜ ਰਹੇ ਹਾਂ ਜੀ। ਬਹੁਤ ਧੰਨਵਾਦ ਹਰਿੰਦਰ ਸਿੰਘ ਲੱਖੋਵਾਲ ਜੀ ਗੱਲਬਾਤ ਕਰਨ ਦੇ ਲਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਢੰਗ ਦੇ ਨਾਲ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਤੇ ਰੋਕ ਲਾਈ ਜਾਵੇ। ਇਹ ਖੇਤੀ ਕਾਨੂੰਨ ਕਿਸਾਨ ਵਿਰੋਧੀ ਨੇ। ਹਾਲਾਂਕਿ ਹੁਣ ਦੇਖਣਾ ਹੋਏਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਹੈ ਕੀ ਕੁਝ ਹੁੰਦਾ ਹੈ। ਸੋ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ। ਰਿਟ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਦਿੱਤੀ ਗਈ ਹੈ। ਇੱਕ ਵਾਰ ਫਿਰ ਤੁਹਾਨੂੰ ਸੁਣਾਉਂਦੇ ਹਾਂ ਕਿ ਵਕੀਲ ਅਤੇ ਹਰਿੰਦਰ ਸਿੰਘ ਲੱਖੋਵਾਲ ਕੀ ਕਹਿ ਰਹੇ ਨੇ। ਹਰਿੰਦਰ ਸਿੰਘ ਲੱਖੋਵਾਲ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅਸੀਂ ਸਰਕਾਰਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ 2 ਮਹੀਨੇ ਤੇ ਜਦ ਦੇ ਆਰਡੀਨੈਂਸ ਇਹਨਾਂ ਨੇ ਜਾਰੀ ਕੀਤੇ ਨੇ। ਅਸੀਂ ਥਾਂ ਰੋਸ ਪ੍ਰਦਰਸ਼ਨ ਕੀਤੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ, ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ, ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ, ਸਰਕਾਰ ਨੂੰ ਮੰਗ ਪੱਤਰ ਭੇਜੇ ਗਏ, ਪਰ ਕੋਈ ਅਸਰ ਨਹੀਂ ਹੋਇਆ। ਕੋਈ ਸਾਡੀ ਗੱਲ ਸੁਣੀ ਨਹੀਂ ਗਈ। ਜਿਨ੍ਹਾਂ ਦੇ ਲਈ ਬਿੱਲ ਬਣਾਉਣ ਜਾਣੇ ਆ ਉਹਨਾਂ ਨੂੰ ਸੁਣਨਾ ਚਾਹੀਦਾ ਸੀ, ਇਹਨਾਂ ਨੂੰ ਸਾਨੂੰ ਬੁਲਾ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਅਸੀਂ ਸੜਕਾਂ ਤੇ ਆਏ ਆ, ਸੜਕਾਂ ਟ੍ਰੈਫਿਕ ਜਾਮ ਕੀਤੀ ਆ, ਟਰੈਕਟਰ ਖੜੇ ਕੀਤੇ ਨੇ। ਅੱਜ ਰੇਲਵੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਾਮ ਆ। ਸਾਰੇ ਕਿਸਾਨ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ, ਬੀਬੀਆਂ ਤੋਂ ਲੈ ਕੇ ਮਾਈਆਂ ਤੱਕ ਅੱਜ ਅਸੀਂ ਸੜਕਾਂ ਤੇ ਬੈਠੇ ਆ। ਫਿਰ ਅਸੀਂ ਕਾਨੂੰਨੀ ਪ੍ਰਕਿਰਿਆ ਲਈ ਘੁੰਮਣ ਬ੍ਰਦਰਜ਼ ਨੂੰ ਬੇਨਤੀ ਕੀਤੀ, ਇਹਨਾਂ ਨੇ ਸਾਡੀ ਬਾਹ ਫੜੀ ਤੇ ਇਹ ਸਾਡੇ ਨਾਲ ਅੱਜ ਦਿੱਲੀ ਆਏ ਨੇ। ਰਿਟ ਪਟੀਸ਼ਨ ਤਿਆਰ ਕੀਤੀ ਗਈ ਆ ਕਿਉਂਕਿ ਸਾਨੂੰ ਭਰੋਸਾ ਕਾਨੂੰਨ ਦੇ ਉੱਪਰ ਵੀ, ਤੇ ਉਹਦੇ ਲਈ ਅਸੀਂ ਅੱਜ ਰਿਟ ਪਟੀਸ਼ਨ ਦਾਖਲ ਕਰਨ ਜਾਏ ਆ ਵੀ ਇਹਨੂੰ ਰੱਦ ਕੀਤਾ ਜਾਵੇ ਤੇ ਅੱਗੇ ਤੋਂ ਜਿਹੜੇ ਆ ਸਾਡੀ ਇਹ ਤੇ ਸਟੇ ਲਾਈ ਜਾਵੇ। ਉਹਦੇ ਲਈ ਅਸੀਂ ਇਹ ਕਹਿਣੀ ਚਾਹੁੰਦਾ ਕਿ ਸਾਡੀ ਜਿਹੜੀ ਸਟੇਟ ਉਹ ਪੰਜਾਬ ਹੈ। ਪਹਿਲਾਂ ਤਾਂ ਮੈਂ ਇਹ ਕਹਿਣੀ ਚਾਹੁੰਦਾ ਜੀ ਵੀ ਇਹ ਐਗਰੀਕਲਚਰ ਬੇਸਡ ਸਟੇਟ ਹੈ। ਲੱਖੋਵਾਲ ਸਾਹਿਬ ਖੜੇ ਨੇ, ਇੱਥੇ ਫਾਰਮਰ ਐਸੋਸੀਏਸ਼ਨਸ ਖੜੀਆਂ ਨੇ। ਹੁਣੀ ਲੇਟੈਸਟ ਈਅਰਸ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਫਾਰਮਰਸ ਨੇ ਇੱਥੇ ਸੁਸਾਈਡ ਕਮਿਟ ਕੀਤਾ ਹੈ। ਇੱਕ ਬੜਾ ਸਰਪ੍ਰਾਈਜ਼ਿੰਗ ਫੈਕਟ ਜਿਹੜਾ ਨਿਕਲ ਕੇ ਸਾਹਮਣੇ ਆਇਆ ਵੀ ਤਿੰਨੇ ਜਿਹੜੇ ਬਿੱਲ ਪਾਸ ਕੀਤੇ ਗਏ ਨੇ, ਤਿੰਨੇ ਬਿੱਲ ਜਿਹੜੇ ਇਨੀਸ਼ੀਅਲ ਸਟਾਰਟ ਹੁੰਦੇ ਨੇ ਉਹ ਐਡਰੈਸ ਕੀਤੇ ਜਾ ਰਹੇ ਨੇ। ਜਿਵੇਂ ਫੋਰ ਐਗਜ਼ਾਮਪਲ ਦੀ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਬਿੱਲ, ਸੈਕੰਡ ਹੈਗਾ ਜਿਹੜਾ ਦੀ ਫਾਰਮਰਸ ਪ੍ਰੋਡਿਊਸ ਰੇਟ ਐਕਟ, ਥਰਡ ਜਿਹੜਾ ਹੈਗਾ ਜਿਹਦੀ ਫਾਰਮਰਸ ਐਸੈਂਸ਼ੀਅਲ ਅਕਮੋਡਿਟੀ। ਸੋ ਇੱਥੇ ਇਹ ਬੜਾ ਇੱਕ ਵੱਡਾ ਸਵਾਲ ਹੈ ਵੀ ਜੇਕਰ ਤੁਸੀਂ ਇਹ 3 ਆਰਡੀਨੈਂਸ ਬਾਈ ਵੇ ਆਫ ਹੁਣ ਬਿੱਲ ਅਪਰੂਵ ਕਰਤੇ ਨੇ, ਉਹ ਮਾਨਯੋਗ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਰਤਾ ਹੈ ਕਿ ਇਹਦੇ ਵਿੱਚ ਜਿਹੜੇ ਫਾਰਮਰਸ ਨੇ, ਜਿਹੜੇ ਅਲਟੀਮੇਟ ਸਫਰਰ ਕਿੰਨੇ ਹੋਣਾ, ਜੋ ਫਾਰਮਰਸ ਨੇ ਹੋਣਾ ਹੈ, ਐਟਲੀਸਟ ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਸੀ, ਉਹਨਾਂ ਦੀ ਓਪੀਨੀਅਨ ਲੈਣੀ। ਇੱਥੇ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਹੁਣ ਸਾਡੇ ਸਟੇਟ ਆਫ ਪੰਜਾਬ ਦੇ ਵਿੱਚ ਇਹਨਾਂ ਨੇ ਨੰਬਰ ਆਫ ਰਿਪਰੈਜ਼ੈਂਟੇਸ਼ਨਸ ਜਿਹੜੀਆਂ ਨੇ ਉਹ ਮਾਨਯੋਗ ਸੀਐਮ ਸਾਹਿਬ ਨੂੰ ਵੀ ਦਿੱਤੀਆਂ ਨੇ, ਇੱਥੇ ਪ੍ਰਾਈਮ ਮਿਨਿਸਟਰ ਨੂੰ ਵੀ ਦਿੱਤੀਆਂ ਨੇ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਐਗਰੀਕਲਚਰ ਜਿਹੜਾ ਮਸਲਾ ਹੈ, ਐਗਰੀਕਲਚਰ ਇੱਕ ਸਟੇਟ ਜਿਹੜਾ ਇਹ ਮੈਟਰ ਹੈ, ਸਟੇਟ ਸਬਜੈਕਟ ਮੈਂ ਇਹਨੂੰ ਕਹਾਂਗਾ। ਤੇ ਸਾਡੇ ਸ਼ਡਿਊਲ 7ਵਾਂ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ, ਉਹਦੇ ਵਿੱਚ ਮੈਂ ਅਪੀਲ ਕਰਾਂਗਾ, ਜਾਂ ਮੈਂ ਤੁਸੀਂ ਕਹੋ ਵੀ ਆਪਣੇ ਵੱਲੋਂ ਮੈਂ ਰਿਕੁਐਸਟ ਕਰ ਸਕਦਾ ਮਾਨਯੋਗ ਸੀਐਮ ਸਾਹਿਬ ਨੂੰ ਜਾਂ ਸਟੇਟ ਨੂੰ ਕਿ ਉਹ ਵੀ ਇੱਥੇ ਪੈਰਲਲ ਲਿਆ ਕੇ ਆਪਣੇ ਵੱਲੋਂ ਇੱਕ ਉਹ ਵੀ ਐਸਐਲਪੀ ਇੱਥੇ ਦਾਇਰ ਕਰਨ। ਤੇ ਸਾਰੀਆਂ ਐਸੋਸੀਏਸ਼ਨਸ ਲੱਖੋਵਾਲ ਸਾਹਿਬ ਜਿਹੜੇ ਹੁਣ ਇਹਨਾਂ ਨੇ, ਮੈਂ ਸਮਝਦਾ ਇੱਕ ਬੜੀ ਵੱਡੀ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ। ਸੋ ਅਸੀਂ ਇਹ ਰਿਸਪੌਂਸਿਬਿਲਟੀ ਨੂੰ ਆਪਣੇ ਵੱਲੋਂ ਪੂਰੀਆਂ ਅਸੀਂ ਐਫਰਟਸ ਲਾਵਾਂਗੇ ਤੇ ਇਹਨੂੰ ਅਸੀਂ ਨਿਭਾਉਣ ਦੀ ਚੰਗੇ ਤਰੀਕੇ ਨਾਲ। ਸੁਪਰੀਮ ਕੋਰਟ ਦਾ ਰੁਖ ਕੀਤਾ, ਕੀ ਮੰਗ ਲੈ ਕੇ ਆਏ ਹੋ? ਦੇਖੋ, ਮੈਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਸਾਨੂੰ ਭਾਰਤੀ ਕਿਸਾਨ ਯੂਨੀਅਨ ਜਿਹੜੀ ਲੱਖੋਵਾਲ ਹੈਗੀ, ਉਹਨਾਂ ਦੇ ਜਨਰਲ ਸਕੱਤਰ ਨੇ ਸ਼੍ਰੀ ਹਰਿੰਦਰ ਸਿੰਘ ਲੱਖੋਵਾਲ ਸਾਹਿਬ ਜੀ, ਇਹਨਾਂ ਨੇ ਸਾਨੂੰ 2-4 ਦਿਨ ਪਹਿਲਾਂ ਸਾਨੂੰ ਅਪਰੋਚ ਕੀਤਾ ਸੀ ਕਿ ਆਹ ਆਰਡੀਨੈਂਸਿਸ ਆ ਚੁੱਕੇ ਨੇ ਜੀ, ਹੁਣ ਤੁਸੀਂ ਲੀਗਲ ਐਂਗਲ ਤੇ ਦੇਖੋ ਵੀ ਆਪਾਂ ਕੀ ਕਰਨਾ ਹੈ। ਸੋ ਅੱਜ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆਰਟੀਕਲ ਜਿਹੜਾ 32 ਕਨਸਟੀਟਿਊਸ਼ਨ ਆਫ ਇੰਡੀਆ ਹੈ, ਉਹਦੇ ਥੱਲੇ ਤਿੰਨੇ ਆਰਡੀਨੈਂਸਿਸ ਨੇ ਜਿਹੜੇ ਦੀ ਫਾਰਮਰਸ ਟ੍ਰੇਡ ਐਂਡ ਕਮਰਸ, ਦੀ ਐਸੈਂਸ਼ੀਅਲ ਕਮੋਡਿਟੀ ਐਂਡ ਦੀ ਫਾਰਮਰਸ ਜਿਹੜਾ ਉਹ ਹੈਗਾ ਪ੍ਰੋਟੈਕਸ਼ਨ ਵਾਲਾ ਜਿਹੜਾ ਐਕਟ ਹੈਗਾ ਜੀ ਫਸਟ ਵਾਲਾ, ਤਿੰਨਾਂ ਆਰਡੀਨੈਂਸਿਸ ਨੂੰ ਅੱਜ ਅਸੀਂ ਚੈਲੰਜ ਕੀਤਾ ਹੈ ਥਰੂ ਫਾਈਲਿੰਗ ਦੀ ਰਿਟ ਪਟੀਸ਼ਨ ਤੇ ਅੰਡਰ ਆਰਟੀਕਲ 32 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ। ਇਸ ਸੁਪਰੀਮ ਕੋਰਟ ਦੇ ਵਿੱਚ ਅਸੀਂ ਮੰਗ ਕੀਤੀ ਕਿ ਰੱਦ ਕੀਤੇ ਜਾਣ ਤੇ ਪਲੱਸ ਇੱਕ ਕਿਉਂਕਿ ਆਰਬਿਟਰੇਰੀ ਨੇ, ਇਲੀਗਲ ਨੇ ਤੇ ਤੁਸੀਂ ਇਹ ਕਹਿ ਲਓ ਕਿ ਇੱਕ ਪਾਸੜ ਨੇ। ਤੇ ਦੂਜਾ ਅਸੀਂ ਕਿਹਾ ਕਿ ਜਿੰਨਾ ਟਾਈਮ ਤੱਕ ਸਾਡੀ ਇੱਥੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਚੱਲਦੀ ਏ, ਇਹਨਾਂ ਤਿੰਨੇ ਆਰਡੀਨੈਂਸਿਸ ਨੂੰ ਸਟੇ ਕੀਤਾ ਜਾਵੇ। ਸੋ ਸਾਡੀ ਮੁੱਖ ਮੰਗ ਇਹ ਸੀ। ਨੰਬਰ 2, ਇਹ ਜਿਹੜੇ ਐਕਟ ਜਿਹੜੇ ਬਣਾ ਦਿੱਤੇ, ਕਾਨੂੰਨ ਬਣਾ ਦਿੱਤੇ ਗਏ ਨੇ, ਜਿਹੜੇ ਆਰਡੀਨੈਂਸ ਬਿੱਲ ਬਣਾ ਦਿੱਤੇ ਗਏ ਨੇ,
ਇਹਦੇ 'ਚ ਅਸੀਂ ਮੁੱਖ ਚੀਜ਼ ਇਹ ਰੱਖੀਏ, ਗਰਾਊਂਡਸ ਆਫ ਸਾਡੀ ਰਿਟ ਇਹ ਹੈ ਕਿ ਇਹਦੇ ਵਿੱਚ ਕਿਸੇ ਕਿਸਾਨ ਜਥੇਬੰਦੀ ਨੂੰ ਜਾਂ ਕਿਸੇ ਫਾਰਮਰਸ ਐਸੋਸੀਏਸ਼ਨ ਨੂੰ, ਜਨਰਲ ਪਬਲਿਕ ਨੂੰ ਪਾਰਟਿਸਿਪੇਟ ਨਹੀਂ ਕਰਾਇਆ, ਕਿਸੇ ਦੀ ਓਪੀਨੀਅਨ ਨਹੀਂ ਲਈ, ਕਿਸੇ ਦੀ ਕੋਈ ਰਿਪਰੈਜ਼ੈਂਟੇਸ਼ਨ ਇਹਨਾਂ ਨੇ ਪ੍ਰੋਪਰਲੀ ਕੰਸੀਡਰ ਨਹੀਂ ਕੀਤੀ। ਸੋ ਦਫ਼ਤਰਾਂ ਦੇ ਵਿੱਚ ਬੈਠ ਕੇ ਬਿੱਲ ਜਿਹੜੇ ਨੇ ਉਹ ਡਰਾਫਟ ਕਰ ਦਿੱਤੇ ਗਏ ਨੇ। ਨੰਬਰ 1। ਨੰਬਰ 2, ਜਿਹੜਾ ਇਹਨਾਂ ਦਾ ਫਿਰ ਮੈਨਰ ਸੀ ਉਹ ਕੀ ਸੀ ਕਿ ਪਹਿਲਾਂ 17 ਤਰੀਕ ਨੂੰ ਲੋਕ ਸਭਾ। ਇੰਦਰ ਸਿੰਘ ਲੱਖੋਵਾਲ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅਸੀਂ ਸਰਕਾਰਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ 2 ਮਹੀਨੇ ਤੇ, ਜਦ ਦੇ ਆਰਡੀਨੈਂਸ ਇਹਨਾਂ ਨੇ ਜਾਰੀ ਕੀਤੇ ਨੇ ਅਸੀਂ ਥਾਂ ਰੋਸ ਪ੍ਰਦਰਸ਼ਨ ਕੀਤੇ, ਡੀਸੀਆਂ ਨੂੰ ਮੰਗ ਪੱਤਰ ਦਿੱਤੇ, ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ, ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ, ਸਰਕਾਰ ਨੂੰ ਮੰਗ ਪੱਤਰ ਭੇਜੇ ਗਏ, ਪਰ ਕੋਈ ਅਸਰ ਨਹੀਂ ਹੋਇਆ, ਕੋਈ ਸਾਡੀ ਗੱਲ ਸੁਣੀ ਨਹੀਂ ਗਈ। ਜਿਨ੍ਹਾਂ ਦੇ ਲਈ ਬਿੱਲ ਬਣਾਉਣ ਜਾ ਰਹੇ ਆ ਉਹਨਾਂ ਨੂੰ ਸੁਣਨਾ ਚਾਹੀਦਾ ਸੀ, ਇਹਨਾਂ ਨੂੰ ਸਾਨੂੰ ਬੁਲਾ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਤੋਂ ਬਾਅਦ ਅਸੀਂ ਸੜਕਾਂ ਤੇ ਆਏ ਆ, ਸੜਕਾਂ ਟ੍ਰੈਫਿਕ ਜਾਮ ਕੀਤੀ।